लगातार वाधा जा रहा है पंजाबी वर्सिटी ते आर्थिक संकट। 2 ਮਹੀਨਿਆਂ ਦੀਆਂ ਪੈਨਸ਼ਨਾਂ ਨਾ ਮਿਲਣ ਦੇ ਕਾਰਨ ਹੁਣ ਪੈਨਸ਼ਨਰਾਂ ਦੇ ਵੱਲੋਂ ਖੋਲ ਦਿੱਤਾ ਗਿਆ ਹੈ ਮੋਰਚਾ। इस मौके ते पहुंचे हुए पेंशनर्स ने कहा कि वाइस चांसलर दे वल्लों हर वार सानू भरोसे तो सिवा नहीं दिता जा रहा कुछ। पंजाबी वर्सिटी दे उपर आर्थिक संकट लगातार ਵਧਦੇ ही जा रहे ने। वर्सिटी प्रशासन दे वल्लों जिथे मुलाजमां दियां तनखाहां देण लई मुश्किलां दा सामना करना पै रहा है, उत्थे ही हुण 2 ਮਹੀਨਿਆਂ ਦੀਆਂ ਪੈਨਸ਼ਨਾਂ ਨਾ ਮਿਲਣ ਦੇ ਕਰਕੇ ਹੁਣ ਪੈਨਸ਼ਨਰਾਂ ਦੇ ਵੱਲੋਂ ਵੀ ਮੋਰਚਾ ਖੋਲ ਦਿੱਤਾ ਗਿਆ ਹੈ, ਜਿੱਥੇ ਕਿ ਪੈਨਸ਼ਨਾਂ ਨਾ ਮਿਲਣ ਤੋਂ ਭੜਕੇ ਹੋਏ ਪੈਨਸ਼ਨਰਾਂ ਦੇ ਵੱਲੋਂ ਵਾਈਸ ਚਾਂਸਲਰ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਪੈਨਸ਼ਨਾਂ ਜਾਰੀ ਨਹੀਂ ਕੀਤੀਆਂ ਗਈਆਂ ਤਾਂ ਉਹਨਾਂ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ। ਦੇਖੋ, ਮੈਂ ਡਾਕਟਰ ਹਰਜਿੰਦਰ ਵਾਲੀਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਡਾਇਰੈਕਟਰ IAS ਔਰ ਜਰਨਲਿਜ਼ਮ ਦੇ ਮੁਖੀ ਦੇ ਤੌਰ ਤੇ ਰਿਟਾਇਰ ਹੋਇਆ। ਉਸ ਤੋਂ ਬਾਅਦ ਅਸੀਂ ਇੱਕ ਐਸੋਸੀਏਸ਼ਨ ਬਣਾਈ ਟੀਚਰਸ ਦੇ ਜਿਹੜੇ ਪੈਨਸ਼ਨਰਸ ਦੀ ਤੇ ਨੌਨ ਟੀਚਿੰਗ ਜਿਹੜਾ ਸਾਡਾ ਸਟਾਫ ਹੈ ਉਹਨਾਂ ਦੀ। ਜੋ ਪੈਨਸ਼ਨਰਸ ਦੀਆਂ ਮੁਸ਼ਕਲਾਂ ਨੇ ਉਹਨਾਂ ਬਾਰੇ ਗੱਲ ਕਰਨਾ। ਪਿਛਲੇ ਦਿਨੀ ਹੋ ਇਹ ਰਿਹਾ ਕਾਫੀ ਦਿਨ ਤੋਂ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਦੋਂ ਦੇ ਆਏ ਨੇ ਉਹਨਾਂ ਨੇ ਇਹ ਕੰਮ ਸ਼ੁਰੂ ਕਰਤਾ ਕਿ ਕਦੇ ਜਿਹੜਾ ਧਰਨਾ ਲਾਉਂਦਾ ਉਹਨੂੰ ਪੈਨਸ਼ਨ ਦੇ ਦਿੰਦੇ ਨੇ ਤੇ ਪੈਨਸ਼ਨਰਸ ਜਿਹੜੇ 80 ਸਾਲ ਦੇ ਨੇ ਉਹ ਕਿੱਥੇ ਸਰਦੀਆਂ 'ਚ ਵੀ ਧਰਨਾ ਲਾਇਆ, ਹੁਣ ਫੇਰ ਧਰਨਾ ਲਾਇਆ, ਹਾਲੇ ਵੀ 2 ਪੈਨਸ਼ਨਾਂ ਡਿਊ ਪਈਆਂ ਨੇ। ਤੇ ਜਦੋਂ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਤੇ ਵਾਈਸ ਚਾਂਸਲਰ ਨੇ ਇਹ ਕਿਹਾ ਕਿ ਤੁਸੀਂ ਧਰਨਾ ਲਾਉਣਾ ਧਰਨਾ ਲਾਓ, ਮਰਨ ਵਰਤ ਰੱਖਣਾ ਮਰਨ ਵਰਤ ਰੱਖੋ, ਕੋਈ ਹਾਈ ਕੋਰਟ ਦਾ ਡਿਸੀਜਨ ਕੋਈ ਸੁਪਰੀਮ ਕੋਰਟ ਦਾ ਡਿਸੀਜਨ ਮੈਂ ਨਹੀਂ ਮੰਨਣਾ। ਤਾਂ ਇਸ ਕਰਕੇ ਹੁਣ ਪੈਨਸ਼ਨਰਸ ਸਾਰੇ ਕਿਸਮ ਦੇ ਟੀਚਰਸ ਨੌਨ ਟੀਚਿੰਗ ਸਾਰਿਆਂ ਨੇ ਇਹ ਧਰਨਾ ਇਸ ਕੰਮ ਲਈ ਲਾਇਆ ਤੇ ਹੁਣ ਮੰਗ ਇਹ ਹੈ ਕਿ ਇੱਕ ਤਾਂ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕੀਤਾ ਜਾਵੇ, ਦੂਜਾ ਇਹ ਹੈ ਜੋ ਵਾਈਸ ਚਾਂਸਲਰ ਨੇ ਮਿਸਬਿਹੇਵ ਕੀਤਾ ਟੀਚਰਸ ਨਾਲ। ਸੀਨੀਅਰ ਟੀਚਰਸ ਨੇ ਇੰਟਰਨੈਸ਼ਨਲ ਲੈਵਲ 'ਤੇ ਵਿਗਿਆਨੀ ਨੇ ਜਿਨ੍ਹਾਂ ਨੂੰ ਵਾਈਸ ਚਾਂਸਲਰ ਇਹ ਕਹਿ ਰਹੇ ਨੇ ਕਿ ਤੁਸੀਂ ਮਰਨ ਵਰਤ 'ਤੇ ਬੈਠੋ, ਪ੍ਰਵੋਕ ਕਰ ਰਹੇ ਨੇ। ਔਰ ਇਹ ਗੱਲ ਸਭ ਨੇ ਬੁਰਾ ਮਨਾਇਆ ਔਰ ਤੁਹਾਡੇ ਸਾਹਮਣੇ ਹੈ ਵੱਡੀ ਗਿਣਤੀ 'ਚ ਪ੍ਰੋਫੈਸਰ ਨੌਨ ਟੀਚਿੰਗ ਸਟਾਫ ਧਰਨੇ 'ਤੇ ਪਹਿਲਾਂ ਬੈਠਾ ਸੀ, ਅੱਜ ਵੀ ਬੈਠਾ ਔਰ ਮੰਗ ਇਹ ਹੈ ਕਿ ਉਹ ਆ ਕੇ ਵਾਈਸ ਚਾਂਸਲਰ ਨੂੰ ਆਪਣੇ ਸ਼ਬਦ ਜਿਹੜੇ ਨੇ ਉਹ ਵਾਪਸ ਲੈਣੇ ਚਾਹੀਦੇ ਨੇ ਤੇ ਜੋ ਹਾਈ ਕੋਰਟ ਦਾ ਡਿਸੀਜਨ ਹੈ, ਜੋ ਸੁਪਰੀਮ ਕੋਰਟ ਨੇ ਕਿਹਾ ਕਿ ਉਹਦੇ ਮੁਤਾਬਕ 10 ਤਰੀਕ ਤੱਕ ਪੈਨਸ਼ਨ ਮਿਲਣੀ ਚਾਹੀਦੀ ਹੈ। ਦੇਖੋ, ਮੈਂ ਇਹ ਗੱਲ ਲਗਾਤਾਰ ਕਹਿ ਰਿਹਾ, ਜਿਹੜੇ ਮੁੱਖ ਮੰਤਰੀ ਉਹ ਤਾਂ ਪੋਲੀਟੀਕਲ ਬੰਦਾ ਹੈ, ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਸੀ। ਨਾ 150 ਕਰੋੜ ਆਇਆ ਤੇ ਨਾ ਹੀ ਆਇਆ ਸਾਡਾ 20 ਕਰੋੜ ਜਿਹੜੀ ਗ੍ਰਾਂਟ ਹੈ। ਤੇ ਉਹ ਜੋ ਚਰਨਜੀਤ ਚੰਨੀ ਦਾ ਕਈ ਜਿਹੜਾ ਹੈ ਰਣਜੀਤ ਸੀ, ਸਾਨੂੰ ਪਤਾ ਸੀ ਵੀ ਉਹ ਝੂਠ ਬੋਲ ਰਿਹਾ ਤੇ ਤਾਂ ਹੀ ਲੋਕਾਂ ਨੇ ਸਜ਼ਾ ਦਿੱਤੀ ਹੈ ਜੇ ਉਹ ਝੂਠ ਬੋਲਦਾ ਸੀ। ਲੇਕਿਨ ਜਿਹੜੀ ਵਾਈਸ ਚਾਂਸਲਰ ਦੀ ਚੇਅਰ ਹੁੰਦੀ ਹੈ ਇਹ ਆਪਣੇ ਆਪ 'ਚ ਬੜੀ ਪਵਿੱਤਰ ਹੁੰਦੀ ਹੈ। ਅਸੀਂ ਇਹ ਆਸ ਕਰਦੇ ਹਾਂ ਕਿ ਵਾਈਸ ਚਾਂਸਲਰ ਜਿਹੜਾ ਟੀਚਿੰਗ ਕਮਿਊਨਿਟੀ 'ਚ ਆਉਂਦਾ ਹੈ ਉਹ ਤਾਂ ਘੱਟੋ ਘੱਟ ਪੋਲੀਟੀਕਲ ਬੰਦਿਆਂ ਵਾਂਗ ਝੂਠ ਨਾ ਬੋਲੇ। ਪਰ ਦੁੱਖ ਇਸ ਗੱਲ ਦਾ ਹੈ, ਇਹ ਤਾਂ ਚਲੋ ਪੈਸੇ ਦੀ ਗੱਲ ਹੈ, ਯੂਨੀਵਰਸਿਟੀ ਟੀਚਰਸ ਨੂੰ ਜਿਨ੍ਹਾਂ ਨੇ 30 40 ਸਾਲ ਯੂਨੀਵਰਸਿਟੀ ਪੜ੍ਹਾਇਆ ਉਹਨਾਂ ਨੂੰ ਯੂਨੀਵਰਸਿਟੀ ਗੇਟ ਤੋਂ ਆਉਣ ਲਈ ਵੀ ਜਿਹੜਾ ਹੈ ਪਾਸ ਲੈਣਾ ਪੈਂਦਾ। ਜਿਹਨਾਂ ਨੇ ਸਾਰੀ ਜ਼ਿੰਦਗੀ ਇੱਥੇ ਲਾਤੀ, ਵਾਈਸ ਚਾਂਸਲਰ ਤਾਂ 3 ਸਾਲ ਲਈ ਆਉਂਦਾ ਤਾਂ ਉਹਦੇ ਤਾਂ ਕੋਈ ਪੈਸਾ ਨਹੀਂ ਲੱਗਣਾ। ਅਤੇ ਇਸੇ ਤਰੀਕੇ ਨਾਲ ਜਿਹੜਾ ਕੋਈ ਬਾਇਓਡਾਟਾ ਕੰਪਿਊਟਰ 'ਤੇ ਪਾਉਣਾ ਉਹ ਮੰਗ, ਜਿਹੜੇ ਟੀਚਰਸ ਫ੍ਰੀ ਆਫ ਕਾਸਟ PhD ਕਰਾ ਰਹੇ ਨੇ ਉਹਨਾਂ ਨੂੰ ਬੈਠਣ ਦੀ ਕੋਈ ਜਗ੍ਹਾ ਨਹੀਂ, ਕੋਈ ਬੈਂਕ ਜਾ ਕੇ ਕੋਈ ਮਾਰਕੀਟ ਜਾ ਕੇ ਪੜ੍ਹਾ ਰਿਹਾ ਉਹਦੇ ਦਾ ਕੋਈ ਪੈਸਾ ਨਹੀਂ, ਨਵੀਂ ਫੈਕਲਟੀ ਨਹੀਂ ਆਈ ਤਾਂ ਇਸ ਕਰਕੇ ਕਮਰੇ ਖਾਲੀ ਵੀ ਪਏ ਨੇ। ਵਾਈਸ ਚਾਂਸਲਰ ਦਾ ਕੋਈ ਇਸ ਤਰ੍ਹਾਂ ਦਾ ਕੰਸਰਨ ਹੀ ਨਹੀਂ ਹੈ। ਸੋ ਇਸ ਕਰਕੇ ਤੁਹਾਡੇ ਸਾਹਮਣੇ ਹੈ, ਜੇ ਮੈਂ ਤੁਹਾਨੂੰ ਗਿਣਾਵਾਂ ਜਿਹੜੇ ਧਰਨੇ 'ਚ ਬੈਠੇ ਨੇ, ਕੋਈ ਟੀਚਰ 80 ਸਾਲ ਦਾ, ਕੋਈ ਟੀਚਰ 75 ਦਾ, ਯਾਨੀ ਇੰਨੀ ਉਮਰ ਦੇ ਟੀਚਰਸ ਨੂੰ ਇਹ ਕੰਮ ਉਦੋਂ ਵੀ ਕਰਨਾ ਪਿਆ ਜਦੋਂ ਪੈਨਸ਼ਨ ਨਹੀਂ ਮਿਲੀ। ਦਸੰਬਰ 'ਚ ਵੀ ਧਰਨਾ ਲਾਉਣਾ ਪਿਆ, ਜਨਵਰੀ 'ਚ ਲਾਉਣਾ ਪਿਆ, ਹੁਣ ਫਿਰ ਲਾਉਣਾ ਪੈ ਰਿਹਾ। ਸੋ ਇਸ ਕਰਕੇ ਮੈਂ ਨਵੇਂ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦੇ ਜਿਹੜੇ ਹਰਪਾਲ ਚੀਮਾ ਵੀ ਆਏ ਸੀ ਇੱਕ ਵਾਰੀ, ਉਦੋਂ ਉਹ ਵਿਰੋਧੀ ਧਿਰ ਦੇ ਨੇਤਾ ਸੀ, ਉਦੋਂ ਵੀ ਕਿਹਾ ਸੀ ਕਿ ਤੁਸੀਂ ਤੁਹਾਡੀ ਪ੍ਰਾਇਓਰਟੀ ਐਜੂਕੇਸ਼ਨ ਹੈ,
ਤਾਂ ਐਜੂਕੇਸ਼ਨ ਵੱਲ ਧਿਆਨ ਦਿਓ। ਮਾਲਵੇ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਆਰਥਿਕ ਤੌਰ ਤੇ ਡੁੱਬ ਰਹੀ ਹੈ। ਚਰਨਜੀਤ ਚੰਨੀ ਝੂਠ ਬੋਲ ਕੇ ਗਿਆ ਇੱਥੇ। ਇਸ ਕਰਕੇ ਘੱਟੋ ਘੱਟ ਹੁਣ ਆਸ ਕਰੀਏ ਕਿ ਨਵੀਂ ਸਰਕਾਰ ਕੁਛ ਦੇਊਗੀ। ਜਾਣਕਾਰੀ ਦੇ ਮੁਤਾਬਿਕ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਹਾਲਤ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ। ਹਰ ਮਹੀਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ ਕਰਨ ਦੇ ਵਾਸਤੇ 30 ਕਰੋੜ ਤੋਂ ਵੱਧ ਦੇ ਬਜਟ ਦੀ ਲੋੜ ਹੈ, ਪਰੰਤੂ ਆਰਥਿਕ ਮੰਦਹਾਲੀ ਦੇ ਕਾਰਨ ਲਗਾਤਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਜਾਰੀ ਕਰਾਉਣ ਦੇ ਵਾਸਤੇ ਲੰਬੀਆਂ ਉਡੀਕਾਂ ਵੀ ਕਰਨੀਆਂ ਪੈ ਰਹੀਆਂ ਨੇ। ਇਸ ਤੋਂ ਭੜਕੇ ਇਕੱਤਰ ਹੋਏ ਪੈਨਸ਼ਨਰਾਂ ਦੇ ਵੱਲੋਂ ਵਾਈਸ ਚਾਂਸਲਰ ਦੇ ਦਫ਼ਤਰ ਦਾ ਘਿਰਾਓ ਕਰਕੇ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਉਹਨਾਂ ਦੱਸਿਆ ਕਿ ਉਹ ਆਪਣੀਆਂ ਸੇਵਾਵਾਂ ਦੇ ਕੇ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏ ਨੇ, ਪਰੰਤੂ ਸੇਵਾ ਮੁਕਤੀ ਤੋਂ ਬਾਅਦ ਉਹਨਾਂ ਦੀਆਂ ਸਮੇਂ ਸਿਰ ਪੈਨਸ਼ਨਾਂ ਨਹੀਂ ਜਾਰੀ ਹੋਣ ਦੇ ਕਾਰਨ ਉਹਨਾਂ ਦੇ ਆਰਥਿਕ ਹਾਲਾਤ ਵੀ ਵਿਗੜਦੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਲੰਘੇ ਦਿਨੀ ਪ੍ਰਸ਼ਾਸਨ ਦੇ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਪਰੰਤੂ ਪੈਨਸ਼ਨਰਾਂ ਨੂੰ ਬਿਲਕੁਲ ਹੀ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ ਅਤੇ ਇਸੇ ਦੇ ਰੋਸ ਦੇ ਵਜੋਂ ਉਹਨਾਂ ਦੇ ਵੱਲੋਂ ਇਹ ਧਰਨਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਦਾ ਕਹਿਣਾ ਹੈ ਕਿ ਜਦੋਂ ਤੱਕ ਖਜ਼ਾਨੇ ਦੇ ਵਿੱਚ ਪੈਸਾ ਨਹੀਂ ਆ ਜਾਂਦਾ, ਮੈਂ ਕਿਸ ਤਰ੍ਹਾਂ ਦੇ ਨਾਲ ਪੈਨਸ਼ਨ ਦੇ ਸਕਦਾ ਹਾਂ। ਉਹਨਾਂ ਨੇ ਨਾਲ ਹੀ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਤੀ ਘਾਟੇ ਦੇ ਵਿੱਚ ਚੱਲ ਰਹੀ ਹੈ। ਚੰਨੀ ਸਰਕਾਰ ਦੇ ਵੱਲੋਂ ਗ੍ਰਾਂਟ ਦੀ ਅਨਾਉਂਸਮੈਂਟ ਤਾਂ ਕੀਤੀ ਗਈ ਸੀ, ਪਰ ਉਹ ਅਜੇ ਤੱਕ ਸਾਨੂੰ ਮਿਲੀ ਹੀ ਨਹੀਂ। ਉਹਨਾਂ ਕਿਹਾ ਕਿ ਅਸੀਂ ਨਵੀਂ ਸਰਕਾਰ ਨੂੰ ਮਿਲ ਕੇ ਕੋਸ਼ਿਸ਼ ਕਰਾਂਗੇ ਤਾਂ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਾਲਾਤ ਸੁਧਾਰੇ ਜਾ ਸਕਣ। ਵੇਖੋ ਜੀ, ਮੈਂ ਅਪ੍ਰੈਲ 2021 ਚ ਜੁਆਇਨ ਕੀਤਾ ਸੀ ਤੇ ਉਸ ਤੋਂ ਉਦੋਂ 1 ਮਹੀਨੇ ਦੀ ਪੈਂਡਿੰਗ ਸੀ ਤਨਖਾਹ ਪੈਨਸ਼ਨ, ਤੇ ਹੁਣ ਵੀ 1 ਮਹੀਨੇ ਦੀ ਹੀ ਪੈਂਡਿੰਗ ਹੈ, ਕੋਈ ਉਹਦੇ ਵਿੱਚ ਵਾਧਾ ਨਹੀਂ ਹੋਇਆ। 8 ਮਾਰਚ ਨੂੰ ਅਸੀਂ ਤਨਖਾਹ ਦਿੱਤੀ ਹੈ ਤੇ ਨਾਰਮਲੀ ਅਸੀਂ ਪੈਨਸ਼ਨ ਤੇ ਤਨਖਾਹ ਇਕੱਠੀ ਦਿੰਦੇ ਹਾਂ, ਪਰ ਐਤਕੀ ਥੋੜ੍ਹਾ ਜਿਹਾ ਫਰਕ ਪਿਆ। 11 ਮਾਰਚ ਸਵੇਰੇ ਪੈਨਸ਼ਨ ਵੀ ਕ੍ਰੈਡਿਟ ਕਰ ਦਿੱਤੀ ਗਈ ਹੈ। ਇਹਨਾਂ ਨੇ ਮੈਨੂੰ ਕਿਹਾ ਸੀ ਵੀ ਜੇ 10 ਤੱਕ ਨਹੀਂ ਕ੍ਰੈਡਿਟ ਹੁੰਦੀ ਤੇ ਅਸੀਂ ਧਰਨੇ ਤੇ ਬੈਠਾਂਗੇ। ਮੈਂ ਬਹੁਤ ਕੋਸ਼ਿਸ਼ ਕੀਤੀ, 10 ਨੂੰ ਡੀਸੀ ਸਾਹਿਬ ਨੇ ਛੁੱਟੀ ਡਿਕਲੇਅਰ ਕਰਤੀ, ਪਰ 11 ਤਰੀਕ ਨੂੰ ਸਵੇਰੇ ਯੂਨੀਵਰਸਿਟੀ ਨੇ ਪਹਿਲਾ ਕੰਮ ਇਹ ਕੀਤਾ ਕਿ ਪੈਨਸ਼ਨਰਸ ਦੀ ਪੈਨਸ਼ਨ ਪਾ ਦਿੱਤੀ ਜਾਵੇ। ਇਹ ਸੀਨੀਅਰ ਸਿਟੀਜ਼ਨ ਨੇ, ਮੈਂ ਵੀ ਇਹਨਾਂ ਦੀ ਮੁਸ਼ਕਿਲ ਸਮਝਦਾ ਤੇ ਇਹਨਾਂ ਨਾਲ ਹਮੇਸ਼ਾ ਅਸੀਂ ਕੋਆਪਰੇਟਿਵ ਤਰੀਕੇ ਨਾਲ ਹੀ ਕੰਮ ਕਰਦੇ। ਹਾਂਜੀ, ਮੈਂ ਉਹਨਾਂ ਨੂੰ ਇਹ ਕਿ ਕੋਈ ਭੱਦੀ ਸ਼ਬਦਾਵਲੀ ਨਹੀਂ ਜੀ, ਮੈਂ ਉਹਨਾਂ ਨੂੰ ਇਹ ਕਿਹਾ ਵੀ ਮੈਂ ਤਾਂ ਮਿਹਨਤ ਕਰ ਸਕਦਾ, ਪੈਸੇ ਇਕੱਠੇ ਕਰ ਸਕਦਾ, ਤੇ 10 ਤਰੀਕ ਦੇਰ ਰਾਤ ਤੱਕ ਲੱਗਾ ਰਿਹਾ ਕਿ 11 ਨੂੰ ਪੈਨਸ਼ਨ ਪਾ ਦਿੱਤੀ ਜਾਵੇ। ਤੇ ਪਰ ਫਿਰ ਵੀ ਜੇ ਉਹ ਧਰਨੇ ਤੇ ਬੈਠਣਾ ਚਾਹਣ, ਪੱਕਾ ਧਰਨਾ ਚਾਹਣ, ਬਰਨਵਰ ਤੇ ਬੈਠਣਾ ਚਾਹਣ, ਕੋਰਟ 'ਚ ਜਾਣਾ ਚਾਹਣ ਤੇ ਜਾ ਸਕਦੇ। ਉਹਨਾਂ 'ਚੋਂ ਕੋਈ ਪੇਮੈਂਟ ਨਹੀਂ ਆਈ ਤੇ ਉਹਨਾਂ 'ਚੋਂ ਪੇਮੈਂਟ ਹੁਣ ਨਵੀਂ ਸਰਕਾਰ ਤੋਂ ਅਸੀਂ ਲੈਣੀ ਹੈ ਤੇ ਉਹਦੇ ਲਈ ਅਸੀਂ ਫਿਰ ਆਪਣਾ ਜ਼ੋਰ ਲਾ ਰਹੇ ਹਾਂ। ਪਹਿਲੇ ਅਸੀਂ ਕੈਪਟਨ ਸਰਕਾਰ ਕੋਲ ਜ਼ੋਰ ਲਾਇਆ, ਉਹ ਸਰਕਾਰ ਚਲੀ ਗਈ। ਫਿਰ ਅਸੀਂ ਚੰਨੀ ਸਰਕਾਰ ਨੇ, ਫਿਰ ਵੀ ਚੰਨੀ ਜੀ ਦੀ ਅੱਛੀ ਗੱਲ ਵੀ ਉਹਨਾਂ ਨੇ ਅਨਾਊਂਸਮੈਂਟ ਕੀਤੀ, ਪਰ ਉਹਨਾਂ 'ਚੋਂ ਨਾ ਸਾਡੀ ਗ੍ਰਾਂਟ ਵੱਧ ਕੇ ਆਈ ਹੈ ਤੇ ਨਾ ਹੀ ਅਜੇ ਉਹ 'ਚੋਂ ਕੋਈ ਪੇਮੈਂਟ ਆਈ ਹੈ। ਨਾ ਵੇਖੋ ਜੀ, ਅਸੀਂ ਸਰਕਾਰ ਤੋਂ 2 ਚੀਜ਼ਾਂ ਮੁੱਖ ਰੂਪ 'ਚ ਮੰਗੀਆਂ ਸੀ, ਜਿਹਦੀ ਚਰਨਜੀਤ ਸਿੰਘ ਚੰਨੀ ਜੀ ਨੇ ਅਨਾਊਂਸਮੈਂਟ ਵੀ ਕੀਤੀ। ਉਹਦੀ ਸਾਨੂੰ ਚਿੱਠੀ ਵੀ ਆਈ ਹੈ ਸਰਕਾਰ ਵੱਲੋਂ ਵੀ ਸਾਡੀ ਮੰਥਲੀ ਗ੍ਰਾਂਟ 9.5 ਕਰੋੜ ਤੋਂ ਵਧਾ ਕੇ 20 ਕਰੋੜ ਕਰ ਦਿੱਤੀ ਜਾਵੇਗੀ ਤੇ ਸਾਡਾ ਜਿਹੜਾ 150 ਕਰੋੜ ਰੁਪਏ ਦਾ ਓਵਰਡਰਾਫਟ ਜਾਂ ਲੋਨ ਹੈ ਉਹ ਸਰਕਾਰ ਪੇ ਕਰ ਦੇਗੀ। ਇਹ 2 ਚੀਜ਼ਾਂ ਜੇ ਕਰ ਦੇਣ ਤੇ ਯੂਨੀਵਰਸਿਟੀ ਇੱਕ ਵਾਰ ਤੇ ਅੱਗੇ ਵੱਧ ਸਕਦੀ ਹੈ। ਸਰ ਹੈਗੀ ਮੰਗ ਹੈ, ਕੋਈ ਗੱਲਬਾਤ ਹੋਊਗੀ ਹੁਣ ਲੱਗਦਾ ਨਹੀਂ ਕਰਾਂਗੇ, ਹੁਣ ਸੌਂ ਤੇ ਚੁੱਕ ਲੈਣ ਦੀ ਹੈ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ ਟਾਈਮ ਟੀਵੀ।